सतनाम वाहिगुरु साहिब जी। श्लोक महला तीजा। सतगुर सेवे अपना, सो सिर लिख लाए। बिचों आप गवाए कर, रहन सच लिव लाए। सतगुर जिनी ना सेवियो, तिना बिरथा जन्म गवाए। नानक जो तिस भावै सो करे, कहना किशु न जाए। महला तीजा। मन विकारी बेड़िया, बेकारा कर्म कमाए। दूजै भाए अज्ञानी पूजदे, दरगाह मिलै सजाए। आत्म देओ पूजिया, बिन सतगुर बूझ न पाए। जप तप संजम भाना, सतगुरु का करमी पल्लै पाए। नानक सेवा सुरत कमावणी, जो हर भावै सो थाए पाए। पौड़ी। हर हर नाम जपो मन मेरे, जित सदा सुख होवै दिन राती। हर हर नाम जपो मन मेरे, जित सिमरत सब किल विक पाप लहाती। हर हर नाम जपो मन मेरे, जित दालत दुख भुख सब लह जाती। हर हर नाम जपो मन मेरे, मुख गुरमुख प्रीत लगाती। जित मुख भाग लिखिया तुर साचे, हर तित मुख नाम जपाती। जित मुख भाग लिखिया तुर सच, हर तित मुख नाम जपाती। वाहिगुरु जी का खालसा, वाहिगुरु जी की फतेह। गुरु प्यारी साध संगत जी, सतगुरु गुरु रामदास जी की उचारण की हुई पावन बार 13वीं पौड़ी के नाल दो पावन श्लोक गुरु अमरदास जी के आप जी ने सरवण किए हैं। ये पावन शब्द जिहड़ा है गुरु ग्रंथ साहिब जी के अंक 88 के उपर अंकित है। पहले श्लोक में सतगुरु कृपा कर रहे हैं। सतगुर सेवे अपना, सो सिर लिखै लाए। जिहड़े अपने सतगुरु की सेवा करते हैं, सो सिर लिखे लाए। सिर लिखे लाने का भाव वो अपना जन्म जिहड़ा है वो सफल कर लेंदे आ, सतगुरु के लेखे ला देंगे। क्योंकि जदों समझ आउंदी है कि हे सतगुरु असीं जन्मां तो विछड़े हुए हैं, ये मनुखा जन्म मिलिया है, बहुत जन्म बिछुरे थे माधो, ये जन्म तुम्हारे लिखे। ते जिहड़े सतगुरु की सेवा करते, सतगुर सेवे अपना, सो सिर लिखै लाए। वो अपना जन्म सफल कर लेंगे। क्योंकि सतगुरु आप रहमत करता है। गुरु अमरदास जी के बचन हैं, आपे सेवा लायन आपे बख्श करे सबना का, मां प्यो आप है आपे सार करे। आपां साहिब श्री गुरु रामदास जी का आगमन पुरब मनाउण जा रहे हैं। क्योंकि सतगुरु की जिहड़ी बाणी है ना, सतगुरु महाराज ने अपने जीवन दे विच उसनूं कमाया है, बाणी का प्रैक्टिकल जीवन किया है।
ਜੋ ਅਕਸ਼ਰ ਸਾਨੂੰ ਸਮਝਾਏ ਆ ਉਹਨੂੰ ਜੀਵਨ ਵਿੱਚ ਕਮਾਉਣਾ ਕੀਤਾ ਹੈ। ਗੁਰੂ ਅਮਰਦਾਸ ਕਹਿੰਦੇ ਨਾ, ਆਪੇ ਸੇਵਾ ਲਾਇਣ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਕਹਿੰਦੇ ਯਤੀਮ ਹੋ ਗਿਆ, ਇਹਦਾ ਘਰ ਘਾਟ ਕੋਈ ਨਹੀਂ ਹੈ। ਜੇ ਸਤਿਗੁਰੂ ਜੀ ਗੁਰੂ ਰਾਮਦਾਸ ਜੀ ਦੇ ਜੀਵਨ ਨੂੰ ਸਮਝਣਾ ਹੋਵੇ 3 ਹਿੱਸਿਆਂ ਦੇ ਵਿੱਚ, ਪਹਿਲਾ ਜੀਵਨ ਉਹ ਹੈ ਲਾਹੌਰ ਤੋਂ ਲੈ ਕੇ ਸ਼੍ਰੀ ਗੋਬਿੰਦਵਾਲ ਸਾਹਿਬ, ਗੋਬਿੰਦਵਾਲ ਸਾਹਿਬ ਦਾ ਇੱਕ ਜੀਵਨ ਦੂਸਰਾ, ਤੇ ਤੀਸਰਾ ਸ੍ਰੀ ਅੰਮ੍ਰਿਤਸਰ ਸਾਹਿਬ। ਕਿੰਨੇ ਭਾਗਾਂ ਨਾਲ ਸੇਵਾ ਕਰਦੇ ਹੋਣਗੇ, ਕਿੰਨੀ ਭਾਵਨਾ ਨਾਲ ਸੇਵਾ ਕਰਦੇ ਹੋਣਗੇ। ਤੇ ਅੱਜ ਜਿਹੜਾ ਉਹਨਾਂ ਦੇ ਦਰ ਤੇ ਸੇਵਾ ਕਰਦਾ ਹੈ, ਉਹਨੂੰ ਵੀ ਸਤਿਗੁਰੂ ਮਹਾਰਾਜ ਬਖਸ਼ਿਸ਼ਾਂ ਨਾਲ ਭਰ ਦਿੰਦੇ ਆ, ਰਹਿਮਤਾਂ ਨਾਲ ਝੋਲੀਆਂ ਭਰ ਦਿੰਦੇ ਆ। ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਕਹਿੰਦੇ, ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੈ ਲਾਏ। ਤੇ ਸੇਵਾ ਹੁੰਦੀ ਕਿੱਦਾਂ ਹੈ? ਵਿੱਚੋਂ ਆਪ ਗਵਾਏ ਰਹਿਣ ਸੱਚ ਲਿਵ ਲਾਏ। ਆਪਣਾ ਭਾਵ ਤਿਆਗਣਾ ਪੈਂਦਾ ਜਦੋਂ ਸੇਵਾ ਕਰਨੀ। ਜੇ ਮੈਂ ਸੇਵਾ ਕਰ ਰਿਹਾ ਤੇ ਮੇਰੇ ਮਨ ਵਿੱਚ ਇਹ ਆ ਕਿ ਮੈਨੂੰ ਕਿੰਨੇ ਕੁ ਲੋਕ ਦੇਖ ਰਹੇ ਆ। ਜੇ ਮੈਂ ਸੇਵਾ ਕਰ ਰਿਹਾ ਤੇ ਮੇਰੇ ਮਨ ਵਿੱਚ ਇਹ ਆ ਕਿ ਮੈਨੂੰ ਇਹਦਾ ਫਲ ਕੀ ਮਿਲੇ। ਸਤਿਗੁਰੂ ਕਹਿੰਦੇ ਨਿਸ਼ਕਾਮ ਹੋ ਕੇ ਕਰ। ਜਿੱਦਣ ਕੋਈ ਨਿਸ਼ਕਾਮ ਹੋ ਕੇ ਸੇਵਾ ਕਰਦਾ ਹੈ ਨਾ, ਕੀਤੀ ਆ ਗੁਰੂ ਰਾਮਦਾਸ ਜੀ ਨੇ, ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਤੇ ਆਪ ਰਹਿਮਤ ਕਰ ਦਿੰਦਾ, ਰੱਬ ਦੀ ਪ੍ਰਾਪਤੀ ਹੋ ਜਾਂਦੀ ਆ, ਪਰਮੇਸ਼ਰ ਦੀ ਰਹਿਮਤ ਬਣ ਜਾਂਦੀ ਜੀਵਨ ਦੇ ਵਿੱਚ। ਸਤਿਗੁਰੂ ਕਹਿੰਦੇ ਸੇਵਾ ਕਰਦੇ ਆ, ਵਿੱਚੋਂ ਆਪ ਗਵਾਏ ਕੇ ਰਹਿਣ ਸੱਚ ਲਿਵ ਲਾਏ। ਉਹ ਸੱਚੇ ਨਾਲ ਸੁਰਤ ਜੋੜੀ ਰੱਖਦੇ ਆ। ਸਤਿਗੁਰ ਜਿਨੀ ਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ। ਹੁਣ ਜਿਹਨੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ, ਕਿਉਂਕਿ ਉਹ ਕਹਿ ਰਹੇ ਹਨ ਜਿਨ੍ਹਾਂ ਨੇ ਕੀਤੀ ਆ ਸੇਵਾ, ਉਹ ਸਾਨੂੰ ਸਮਝਾ ਰਹੇ ਆ ਵੀ ਇਦਾਂ ਸੇਵਾ ਹੁੰਦੀ ਹੈ। ਕਿੰਨੀ ਬਿਰਧ ਅਵਸਥਾ ਹੈ ਗੁਰੂ ਅਮਰਦਾਸ ਜੀ ਦੀ। ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਆ, 12 ਸਾਲ ਗੁਰੂ ਦੇ ਦਰ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਸੇਵਾ ਕਰਦੇ। ਤੇ ਸਮਝ ਆ ਗਈ ਵੀ ਜਿਹੜੇ ਨਹੀਂ ਸੇਵਾ ਕਰਦੇ ਨਾ, ਉਹਨਾਂ ਦਾ ਜੀਵਨ ਵਿਅਰਥ ਚਲਾ ਜਾਂਦਾ। ਸਤਿਗੁਰ ਜਿਨੀ ਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਆ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਵੱਡੇ ਭਾਗ ਹਨ ਉਹਨਾਂ ਦੇ ਜਿਹੜੇ ਸਤਿਗੁਰੂ ਦੇ ਦਰ ਤੇ ਆ ਕੇ ਸੇਵਾ ਕਰਦੇ। ਗੁਰੂ ਸੰਗਤ ਦੀ ਸੇਵਾ ਦੇ 2 ਭਾਵ ਹਨ। ਇੱਕ ਸੇਵਾ ਜੋ ਅਸੀਂ ਗੁਰੂ ਦੇ ਘਰ ਦੇ ਵਿੱਚ ਆ ਕੇ ਝਾੜੂ ਲਾਉਣਾ, ਪੋਚੇ ਲਾਉਣੇ, ਲੰਗਰ ਬਣਾਉਣਾ, ਲੰਗਰ ਵਰਤਾਉਣਾ, ਜੂਠੇ ਭਾਂਡੇ ਮਾਂਜਣੇ। ਇੱਕ ਸੇਵਾ ਭਗਤੀ ਆ, ਜਿਹੜਾ ਪਰਮੇਸ਼ਰ ਦੀ ਬੰਦਗੀ ਕਰਨੀ ਹੈ, ਪਰਮੇਸ਼ਰ ਦਾ ਨਾਮ ਕਰਨਾ ਹੈ। ਪਰ ਕਹਿੰਦੇ ਜਿਹੜੇ ਨਹੀਂ ਸੇਵਾ ਕਰਦੇ ਨਾ, ਸਤਿਗੁਰ ਜਿਨੀ ਨਾ ਸੇਵੇ ਤਿਨਾ ਬਿਰਥਾ ਜਨਮ ਗਵਾਏ। ਪਰ ਉਹ ਨਹੀਂ ਕਹਿੰਦੇ ਵੀ ਮੈਂ ਕਰ ਰਿਹਾ, ਮੈਂ ਸੇਵਾ ਕੀਤੀ ਸੀ ਤਾਂ ਮੈਨੂੰ ਪ੍ਰਾਪਤੀ ਹੋਈ ਹੈ। ਕਹਿੰਦੇ ਉਹਨੇ ਰਹਿਮਤ ਕੀਤੀ ਆ, ਨਾਨਕ ਜੋ ਤਿਸ ਭਾਵੈ ਸੋ ਕਰੇ ਕਹਿਣਾ ਕਿਛੂ ਨਾ ਜਾਏ। ਕੁਛ ਕਹਿ ਹੀ ਨਹੀਂ ਜਾ ਸਕਦਾ। ਜਿੱਦਾਂ ਉਹਨੂੰ ਭਾਉਂਦਾ ਉਹ ਕਰਾ ਲੈਂਦਾ ਹੈ। ਜਦੋਂ ਚਾਹੁੰਦਾ ਨਾ ਬਹੁਤ ਕੁਝ ਕਰ ਦਿੰਦਾ ਹੈ। ਸ਼ਬਦ ਆਪਾਂ ਪੜ੍ਹਦੇ ਹਾਂ, ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮਿਹਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਬੜੀਆਂ ਰਹਿਮਤਾਂ ਪਰਮੇਸ਼ਰ ਕਰ ਦਿੰਦਾ, ਬਖਸ਼ਿਸ਼ਾਂ ਕਰ ਦਿੰਦਾ। ਕੱਲ ਵੀ ਮੈਂ ਬੇਨਤੀ ਕੀਤੀ ਸੀ, ਦੇਖੋ ਕਿੰਨੇ ਲੋਕ ਇੱਥੇ ਇਸ ਦੇਸ਼ ਵਿੱਚ ਰਾਜ ਕਰ ਗਏ। ਲੋਧੀਆਂ ਦਾ ਵੀ ਰਾਜ ਸੀ, ਬਾਅਦ ਵਿੱਚ ਫਿਰ ਰਾਜ ਆ ਗਿਆ, ਫਿਰ ਅੱਗੇ ਰਾਜ ਚੱਲ ਗਿਆ, ਮੁਗਲਾਂ ਦਾ ਰਾਜ ਚੱਲਿਆ।
अंग्रेज भी राज कर गए, हुण डेमोक्रेसी है, लोकतंत्र है, किन्ने किन्ने सरकारां राज कर गईयां, पर सदा थिर राज किसी का भी नहीं है। पर एक दुनिया दे विच सरकार है, एक दुनिया दे विच दरबार है, वो धन साहिब श्री गुरु रामदास महाराज। धन सो तेरा थान है, सच तेरा पैस कारिया। यह सतगुरु तेरे दर वर्गा कोई भी नहीं है। तो वो रहमतां बख्शिशां जिहड़ियां तां ही मिलियां जे ਉਹਦੇ ਉੱਪਰ ਭਰੋਸਾ ਸੀ, ਉਹਦੇ ਉੱਪਰ ਵਿਸ਼ਵਾਸ ਸੀ, ਅਡੋਲਤਾ ਸੀ ਜੀਵਨ ਵਿੱਚ ਕਿ ਜੋ ਕਰ ਰਿਹਾ ਪਰਮੇਸ਼ਰ ਕਰ ਰਿਹਾ ਔਰ ਅੱਛਾ ਕਰ ਰਿਹਾ। ਨਾਨਕ ਜੋ ਤਿਸ ਭਾਵੈ ਸੋ ਕਰੇ, ਕਹਿਣਾ ਕਿਛੂ ਨਾ ਜਾਏ। ਮਹਿਲਾ ਤੀਜਾ। ਮਨ ਵਿਕਾਰੀ ਬੇੜਿਆ। ਬੇੜਾ ਕਹਿੰਦੇ ਘਿਰਿਆ ਹੋਇਆ, ਮਨ ਵਿਕਾਰਾਂ ਦੇ ਵਿੱਚ ਘਿਰਿਆ ਹੋਇਆ। ਵਿਕਾਰਾਂ ਕਰਮ ਕਮਾਏ, ਤੇ ਵਿਕਾਰਾਂ ਦੇ ਵਿੱਚ ਹੀ ਉਹ ਕਰਮ ਕਰਦਾ, ਕਿਉਂਕਿ ਜਿੱਦਾਂ ਦੀ ਸੋਚ ਹੋਏਗੀ ਉਦਾਂ ਦੇ ਮਨੁੱਖ ਕਰਮ ਕਰਦਾ। ਮਨ ਵਿਕਾਰੀ ਬੇੜਿਆ, ਵਿਕਾਰਾਂ ਕਰਮ ਕਮਾਏ। ਤੇ ਜੇ ਵਿਕਾਰੀ ਜੀਵਨ ਹੈ ਤੇ ਵਿਕਾਰ ਹੀ ਜੀਵਨ ਦੇ ਵਿੱਚ ਕਮਾਏ। ਜਿੰਨਾ ਉਹਨੂੰ ਮਰਜ਼ੀ ਸਮਝਾ ਲਓ, ਉਹ ਵਿਕਾਰਾਂ ਤੋਂ ਨਹੀਂ ਹਟੇਗਾ। ਮਨ ਵਿਕਾਰੀ ਬੇੜਿਆ, ਵਿਕਾਰਾਂ ਕਰਮ ਕਮਾਏ। ਦੂਜਾ ਭਾਏ ਅਗਿਆਨੀ ਪੂਜਦੇ, ਦਰਗਾਹ ਮਿਲੇ ਸਜਾਏ। ਦੂਜੇ ਭਾਏ ਰੱਬ ਨੂੰ ਛੱਡ ਕੇ ਦੂਸਰੇ ਪਿਆਰ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਆ। ਗੁਰੂ ਸਾਹਿਬ ਕਹਿੰਦੇ ਉਹ ਅਗਿਆਨਤਾ ਦੇ ਵਿੱਚ ਹਨ। ਤੇ ਜੇ ਉਹ ਕੁਝ ਕਰ ਵੀ ਰਹੇ ਆ, ਗੁਰੂ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਦਰ ਤੇ ਉਹਨਾਂ ਨੂੰ ਸ਼ੋਭਾ ਨਹੀਂ ਮਿਲਣੀ। ਦੂਜਾ ਭਾਏ ਅਗਿਆਨੀ ਪੂਜਦੇ, ਦਰਗਾਹ ਮਿਲੇ ਸਜਾਏ। ਉਹਨਾਂ ਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸਜ਼ਾ ਮਿਲਦੀ ਹੈ, ਪਛਤਾਉਂਦੇ ਆ, ਕਿਉਂਕਿ ਰੱਬ ਨੂੰ ਭੁੱਲ ਗਏ। ਗੁਰੂ ਰਾਮਦਾਸ ਮਹਾਰਾਜ ਤੇ ਕਹਿੰਦੇ ਸਤਿਗੁਰੂ ਜਿਉਂ ਭਾਵ ਹੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜ। ਦੂਜਾ ਭਾਏ ਅਗਿਆਨੀ ਪੂਜਦੇ, ਦਰਗਾਹ ਮਿਲੇ ਸਜਾਏ। ਤੇ ਕੀ ਕਰਨਾ ਕਹਿੰਦੇ ਆਤਮ ਦਿਓ ਪੂਜੀਏ। ਜਿਹੜਾ ਪਰਮੇਸ਼ਰ ਅਕਾਲ ਪੁਰਖ ਹੈ ਨਾ, ਸਾਡੇ ਜੀਵਨ ਵਿੱਚ ਰੋਸ਼ਨੀ ਕਰਦਾ ਹੈ, ਆਤਮ ਦਿਓ ਪੂਜੀਏ, ਜਿਹਦੇ ਨਾਲ ਅਸੀਂ ਜੁੜਨਾ ਹੈ। ਆਤਮ ਦਿਓ ਪੂਜੀਏ, ਬਿਨ ਸਤਿਗੁਰ ਬੂਝ ਨਾ ਪਾਏ। ਨਾਲ ਇਹ ਗੱਲ ਬਾਰ-ਬਾਰ ਗੁਰੂ ਸਾਹਿਬ ਸਮਝਾਉਂਦੇ ਆ ਕਿ ਸਤਿਗੁਰੂ ਤੋਂ ਬਿਨਾਂ ਸਮਝ ਨਹੀਂ ਆਏਗੀ। ਜਪ ਤਪ ਸੰਜਮ ਭਾਣਾ ਸਤਿਗੁਰੂ ਕਾ। ਹੁਣ ਜਦੋਂ ਭਾਣਾ ਸ਼ਬਦ ਅਸੀਂ ਪੜ੍ਹਦੇ ਹਾਂ, ਅਸੀਂ ਸਿਰਫ ਇਹਨੂੰ ਮੌਤ ਦੇ ਨਾਲ ਜੋੜ ਲਿਆ। ਸਤਿਗੁਰੂ ਨੇ ਤੈਨੂੰ ਜੰਮਣ ਦੇ ਨਾਲ ਵੀ ਜੋੜਿਆ ਹੈ। ਸਤਿਗੁਰੂ ਕਹਿੰਦੇ ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਸ਼ਬਦ ਦਾ ਜਿਹੜਾ ਭਾਣੇ ਦਾ ਜਿਹੜਾ ਅਰਥ ਹੈ ਕਿ ਉਹਦਾ ਹੁਕਮ, ਜਿਸ ਤਰ੍ਹਾਂ ਸ਼ਬਦ ਪੜ੍ਹਦੇ ਨਾ ਗੁਰੂ ਅਮਰਦਾਸ ਜੀ ਦੇ ਸ਼ਬਦ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਸਤਿਗੁਰ ਕੇ ਭਾਣੇ ਆ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾ। ਦੂਜਾ ਭਾਏ ਅਗਿਆਨੀ ਪੂਜਦੇ, ਦਰਗਾਹ ਮਿਲੇ ਸਜਾਏ। ਆਤਮ ਦਿਓ ਪੂਜੀਏ, ਬਿਨ ਸਤਿਗੁਰ ਬੂਝ ਨਾ ਪਾਏ। ਜਪ ਤਪ ਸੰਜਮ ਭਾਣਾ ਸਤਿਗੁਰੂ ਕਾ, ਕਰਮੀ ਪੱਲੇ ਪਾਏ। ਜਪ ਕਰਨਾ, ਤਪ ਕਰਨਾ, ਸੰਜਮ ਕਹਿੰਦੇ ਆ ਮਰਜ਼ਾਦਾ ਧਾਰਨ ਕਰ ਲੈਣੀ ਜਾਂ ਆਪਣੇ ਵਿਕਾਰਾਂ ਨੂੰ ਕਾਬੂ ਦੇ ਵਿੱਚ ਰੱਖਣਾ। ਕਹਿੰਦੇ ਉਹਦੇ ਹੁਕਮ ਦੇ ਵਿੱਚ ਹੈ, ਉਹਦੇ ਹੁਕਮ ਵਿੱਚ ਹੋ ਸਕਦਾ ਹੈ। ਜਪ ਤਪ ਸੰਜਮ ਭਾਣਾ ਸਤਿਗੁਰੂ ਕਾ, ਕਰਮੀ ਪੱਲੇ ਪਾਏ। ਪਰ ਇਹ ਕਿੱਦਾਂ ਹੁੰਦਾ? ਕਹਿੰਦੇ ਉਹਦੀ ਬਖਸ਼ਿਸ਼ ਤੋਂ, ਇੱਥੇ ਕਰਮ ਦਾ ਅਰਥ ਹੈ ਬਖਸ਼ਿਸ਼। ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ। ਕਹਿੰਦੇ ਜਿਹੜੀ ਸੇਵਾ ਨਾ, ਤੇ ਸੇਵਾ ਤਾਂ ਆਪਾਂ ਕਰਦੇ, ਜਿੱਦਾਂ ਮੈਂ ਪਹਿਲਾਂ ਬੇਨਤੀ ਕੀਤੀ, ਸਾਡਾ ਧਿਆਨ ਕਿੱਥੇ ਆ ਕਿ ਹੁਣ ਸੇਵਾ ਕਰ ਰਹੇ ਹਾਂ, ਮੈਨੂੰ ਮਿਲੇਗਾ ਕੀ? ਸੇਵਾ ਕਰਦੇ ਵੀ ਕਿੰਨੇ ਕੁ ਬੰਦਿਆਂ ਨੇ ਮੈਨੂੰ ਦੇਖ ਲਿਆ? ਕਹਿੰਦੇ ਨਹੀਂ ਭਾਈ, ਸੁਰਤ ਵੀ ਉਹਦੇ ਵਿੱਚ ਜੋੜੀ ਹੋਵੇ।
नानक सेवा सुरत कमावणी, जो हर भावै सो थाए पाए। ਉਹਨਾਂ ਨੂੰ ਫਿਰ ਇੱਕੋ ਹੀ ਗੱਲ ਯਾਦ ਰਹਿੰਦੀ ਹੈ। ਸੇਵਾ ਤਾਂ ਹੁਣ ਗੁਰੂ ਸਾਹਿਬ ਮਹਾਰਾਜ ਜੀ, ਗੁਰੂ ਅਮਰਦਾਸ ਜੀ ਦਾ ਦੂਸਰਾ ਜਵਾਈ ਵੀ ਸੀ, ਬੀਬੀ ਦਾਨੀ ਜੀ ਦਾ ਪਤੀ ਭਾਈ ਰਾਮਾ ਜੀ, ਸੇਵਾ ਉਹ ਵੀ ਕਰਦਾ ਸੀ, ਸੇਵਾ ਰਾਮਦਾਸ ਜੀ ਵੀ ਕਰਦੇ ਸਨ, ਪਰ ਬੜਾ ਉਹਨਾਂ ਦੇ ਵਿੱਚ ਦੋਨਾਂ ਦੇ ਵਿੱਚ ਅੰਤਰ ਸੀ। ਜਦੋਂ ਗੁਰੂ ਸਾਹਿਬ ਨੇ ਕਿਹਾ ਵੀ ਭਾਈ ਥੜੇ ਬਣਾਓ, 1 ਦਿਨ ਹੋ ਗਿਆ, 2 ਦਿਨ ਹੋ ਗਏ, 3 ਦਿਨ, 4 ਦਿਨ, ਗੁਰੂ ਸਾਹਿਬ ਜੀ ਕਹਿੰਦੇ ਭਾਈ ਚੰਗੇ ਨਹੀਂ ਬਣੇ, ਇਹਨਾਂ ਨੂੰ ਤੋੜ ਦਿਓ, ਨਵੇਂ ਤਿਆਰ ਕਰੋ। ਥੜੇ ਤਿਆਰ ਕਰਦੇ ਤੇ ਦੂਸਰੇ ਤੀਸਰੇ ਦਿਨ ਤਾਂ ਰਾਮਾ ਜੀ ਕਾਲੇ ਪੈ ਗਏ, ਕਹਿੰਦੇ ਸਾਡੇ ਕੋਲ ਨਹੀਂ ਬਣਦੇ। ਤੇ ਕਹਿੰਦੇ ਤੂੰ ਰਾਮਦਾਸ ਕਹਿਣ ਲੱਗੇ ਸਤਿਗੁਰੂ ਬਣਦਾ ਮੇਰੇ ਕੋਲ ਬਣੀ ਆ, ਪਰ ਜਿੱਦਾਂ ਦਾ ਤੂੰ ਚਾਹੁੰਦਾ ਹੈ, ਜੇ ਤੁਸੀਂ ਕੋਲ ਬੈਠ ਜਾਓ ਨਾ, ਮੈਂ ਕੋਸ਼ਿਸ਼ ਕਰਾਂਗਾ, ਪਰ ਜੋ ਤੁਸੀਂ ਚਾਹੁੰਦੇ ਹੋ ਬਣ ਨਹੀਂ ਸਕਦਾ। ਫਰਕ ਬਹੁਤ ਸੀ ਸੇਵਾ ਦੇ ਵਿੱਚ। ਸੇਵਾ ਤਾਂ ਹੁਣ ਬੀਬੀ ਭਾਨੀ ਵੀ ਕਰਦੀ, ਕਿਉਂਕਿ ਸੰਸਾਰ ਦੇ ਵਿੱਚ ਇੱਕ ਗੁਰੂ ਸਾਹਿਬ ਨੇ ਬਹੁਤ ਵੱਡੀ ਬਖਸ਼ਿਸ਼ ਕਰ ਦਿੱਤੀ, ਸੇਵਾ ਤੇ ਸਿਮਰਨ। ਸੇਵਾ ਦੀ ਮੂਰਤ ਸੀ ਬੀਬੀ ਭਾਨੀ, ਕਿੱਡਾ ਵੱਡਾ ਮਾਣ ਪ੍ਰਾਪਤ ਹੋਇਆ। ਗੁਰੂ ਰਾਮਦਾਸ ਜੀ ਦੇ ਮਹਿਲ ਆ, ਹੁਣ ਦੇਖੋ ਉਹਨਾਂ ਦੇ ਪਿਤਾ ਵੀ ਗੁਰੂ, ਉਹਨਾਂ ਦਾ ਪਤੀ ਵੀ ਗੁਰੂ, ਅੱਗੇ ਪੁੱਤਰ ਵੀ ਗੁਰੂ, ਪੋਤਰਾ, ਪੂਰਾ ਪਰਿਵਾਰ ਹੀ ਇਹ ਗੁਰੂ ਰਾਮਦਾਸ ਜੀ ਦਾ। ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਓ, ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਇਹ ਪਰਿਵਾਰ ਹੀ ਗੁਰੂ ਰਾਮਦਾਸ ਮਹਾਰਾਜ। ਤੇ ਕਿੰਨੀ ਸੇਵਾ ਸੁਰਤ ਨਾਲ ਕਰਦੀ ਹੈ ਬੀਬੀ ਭਾਨੀ। ਇਤਿਹਾਸ ਵਿੱਚ ਬੜੀ ਸੋਹਣੀ ਸਾਖੀ ਆਉਂਦੀ ਹੈ ਬੀਬੀ ਭਾਨੀ ਦਾ, ਜਦੋਂ ਆਨੰਦ ਕਾਰਜ ਹੋ ਗਿਆ ਰਾਮਦਾਸ ਜੀ ਦੇ ਨਾਲ, ਤੇ ਇੱਕ ਗੁਰੂ ਕਾ ਸਿੱਖ ਬੀਬੀ ਭਾਨੀ ਵਾਸਤੇ ਕੰਗਣ ਲੈ ਕੇ ਆਇਆ, ਸੋਨੇ ਦੇ ਕੜੇ ਲੈ ਕੇ ਆਇਆ, ਤੇ ਕਹਿਣ ਲੱਗਾ ਗੁਰੂ ਅਮਰਦਾਸ ਨੂੰ ਵੀ ਆਪਣੀ ਭੈਣ ਬੀਬੀ ਭਾਨੀ ਵਾਸਤੇ ਮੈਂ ਕੜੇ ਲੈ ਕੇ ਆਇਆ, ਤੇ ਉਹਨਾਂ ਨੂੰ ਦੇਣੇ ਆ। ਕਹਿਣ ਲੱਗੇ ਵੀ ਉਹਨੇ ਪਾਉਣੇ ਕੋਈ ਨਹੀਂ, ਪੁੱਛ ਲੈ ਇੱਕ ਵਾਰੀ। ਤੇ ਉਹ ਗੁਰਸਿੱਖ ਪੁੱਛਦਾ ਵੀ ਬੀਬੀ ਭਾਨੀ ਕਿੱਥੇ ਆ? ਉਧਰ ਦੂਰ ਲੰਗਰ ਦੇ ਜੂਠੇ ਭਾਂਡੇ ਮਾਂਜ ਰਹੀ ਸੀ। ਜਾ ਕੇ ਬੀਬੀ ਭਾਨੀ ਨੂੰ ਕਹਿੰਦਾ, ਕਹਿਣ ਲੱਗਾ ਭੈਣ ਜੀ ਇਹ ਤੁਹਾਡੇ ਵਾਸਤੇ ਮੈਂ ਕੜੇ ਲੈ ਕੇ ਆਇਆ, ਕੰਗਣ ਲੈ ਕੇ ਆਇਆ ਸੋਹਣੇ। ਬੜੀ ਸੋਹਣੀ ਗੱਲ ਕਹੀ ਸੀ ਬੀਬੀ ਭਾਨੀ ਨੇ। ਕਹਿਣ ਲੱਗੀ ਵੀਰ ਜੀ, ਜਿਹੜਾ ਸਿੱਖ ਦੇ ਹੱਥ ਦਾ ਸ਼ਿੰਗਾਰ ਹੈ ਨਾ, ਉਹ ਹੈ ਸੇਵਾ। ਜਦੋਂ ਅਸੀਂ ਹੱਥੀਂ ਸੇਵਾ ਕਰਦੇ ਹਾਂ, ਸਮਝੋ ਅਸੀਂ ਸਾਰਾ ਕੁਝ ਪਾਇਆ ਹੋਇਆ। ਇਹ ਦਿਖਾਵਾ ਮੈਂ ਨਹੀਂ ਕਰ ਸਕਦੀ, ਕਿਉਂਕਿ ਸਤਿਗੁਰੂ ਨੇ ਸੇਵਾ ਦੇ ਦਿੱਤੀ। ਕਹਿੰਦਾ ਭਾਈ ਗੁਰਦਾਸ ਕਹਿੰਦੇ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਦੇ। ਸੁਰਤ ਉਧਰ ਸੀ, ਸੇਵਾ ਕਰਦੇ ਆ ਪਰ ਸੁਰਤ ਦੇ ਨਾਲ ਕਰਦੇ ਆ। ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਭਾਵੈ ਸੋ ਥਾਏ ਪਾਏ। ਪੌੜੀ, ਇਹ ਪੌੜੀ ਗੁਰੂ ਰਾਮਦਾਸ ਮਹਾਰਾਜ ਦੀ ਹੈ। ਹਰ ਹਰ ਨਾਮ ਜਪੋ ਮਨ ਮੇਰੇ, ਕਿਉਂਕਿ ਮਨ ਨੇ ਹੀ, ਮਨ ਨੂੰ ਹੀ ਸਮਝਾਉਣਾ, ਮਨ ਨੂੰ ਹੀ ਸੰਬੋਧਨ ਕੀਤਾ ਬਾਰ-ਬਾਰ। ਮਨ ਹੀ ਨਹੀਂ ਸਮਝਦਾ, ਮਨ ਦੌੜਦਾ ਹੈ, ਮਨ ਭੱਜਦਾ ਹੈ। ਸਤਿਗੁਰੂ ਕਹਿੰਦੇ ਇਹਨੂੰ ਸਮਝਾਓ, ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁਖ ਹੋਵੈ ਦਿਨ ਰਾਤੀ। ਥੋੜੇ ਸਮੇਂ ਵਾਸਤੇ ਨਹੀਂ, ਕਹਿੰਦੇ ਸਦੀਵੀ ਤੈਨੂੰ ਸੁੱਖ ਪ੍ਰਾਪਤ ਹੋਏਗਾ, ਦਿਨ ਰਾਤ ਸੁੱਖ ਪ੍ਰਾਪਤ ਹੋਏਗਾ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁਖ ਹੋਵੈ ਦਿਨ ਰਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਸ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਕਿਉਂਕਿ ਉਹ ਪਰਮੇਸ਼ਰ ਅਕਾਲ ਪੁਰਖ ਜਿਹੜਾ ਹੈ, ਉਹਦਾ ਨਾਮ ਜਪਣ ਦੇ ਨਾਲ ਹੀ ਮੇਰੇ ਮਨਾ, ਜਿਸ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਸਾਰੇ ਕਿਲ ਵਿਖ, ਕਿਲ ਵਿਖ ਦਾ ਅਰਥ ਵੀ ਪਾਪ ਹੈ, ਕਹਿੰਦੇ ਸਾਰੇ ਤੇਰੇ ਪਾਪ ਲੈ ਜਾਣਗੇ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਦਾਲਦ ਦੁੱਖ ਭੁੱਖ ਸਭ ਲਹਿ ਜਾਤੀ। ਇਹ ਜ਼ਿੰਦਗੀ ਦਾ ਤਜਰਬਾ ਹੈ ਨਾ ਗੁਰੂ ਰਾਮਦਾਸ ਜੀ, ਕਿ ਜਦੋਂ ਇਹ ਮੇਰੇ ਮਨਾ ਪਰਮੇਸ਼ਰ ਦਾ ਨਾਮ ਜਪੇਗਾ ਨਾ, ਦਲਿਦਰੀ ਵੀ ਨਿਕਲ ਜਾਏਗੀ, ਦੁੱਖ ਵੀ ਕੋਈ ਨਹੀਂ ਰਹੇਗਾ, ਭੁੱਖ ਵੀ ਨਹੀਂ ਰਹੇਗੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਦਾਲਦ ਦੁੱਖ ਭੁੱਖ ਸਭ ਲਹਿ ਜਾਤੀ। ਕਿਉਂਕਿ ਜੋ ਫਿਰ ਮੰਗਦਾ ਹੈ ਉਹ ਸਿੱਖ ਨੂੰ ਮਿਲਦਾ ਹੈ। ਗੁਰੂ ਰਾਮਦਾਸ ਜੀ ਦੇ ਜੀਵਨ ਦੇ ਵਿੱਚ ਇੱਕ ਸਿੱਖ ਆਇਆ,
ਜਿਹਦਾ ਨਾਮ ਇਤਿਹਾਸ ਵਿੱਚ ਬਾਬਾ ਆਦਮ ਕਰਕੇ ਵੀ ਲਿਖਿਆ ਗਿਆ। ਸੇਵਾ ਕਰਦੇ ਆ, ਬੜੀ ਭਾਵਨਾ ਦੇ ਨਾਲ ਸੇਵਾ ਕਰਦੇ ਆ, ਬਹੁਤ ਭਾਵਨਾ ਨਾਲ। ਤੇ ਇੱਕ ਦਿਨ ਉਹਦੀ ਘਰਵਾਲੀ ਨੇ ਕਿਹਾ, ਉਮਰ ਕਹਿੰਦੇ 50-55 ਸਾਲ ਤੋਂ ਉੱਪਰ ਹੋ ਗਈ ਸੀ, ਘਰ ਦੇ ਵਿੱਚ ਔਲਾਦ ਨਹੀਂ ਸੀ। ਤੇ ਇੱਕ ਦਿਨ ਘਰਵਾਲੀ ਕਹਿੰਦੀ, ਦੇਖੋ ਗੁਰੂ ਰਾਮਦਾਸ ਜੀ ਕਿੰਨੀਆਂ ਝੋਲੀਆਂ ਭਰਦੇ ਆ, ਜਿਹੜਾ ਵੀ ਆਉਂਦਾ ਖਾਲੀ ਨਹੀਂ ਜਾਂਦਾ, ਤੇ ਕਿਉਂ ਨਾ ਆਪਾਂ ਵੀ ਸਤਿਗੁਰੂ ਜੀ ਦੇ ਕੋਲੋਂ ਇੱਕ ਔਲਾਦ ਮੰਗ ਲਈਏ, ਗੁਰੂ ਮਹਾਰਾਜ ਕਿਰਪਾ ਕਰ ਦਿਓ। ਕਹਿਣ ਲੱਗਾ ਠੀਕ ਆ, ਆਪਾਂ ਸਵੇਰੇ ਚੱਲਾਂਗੇ, ਜਦੋਂ ਦੀਵਾਨ ਸਜੇਗਾ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਬੇਨਤੀ ਕਰਾਂਗੇ। ਹੁਣ ਜਿਸ ਵੇਲੇ ਦਰਬਾਰ ਦੇ ਵਿੱਚ ਪਹੁੰਚੇ ਆ, ਕਥਾ ਕੀਰਤਨ ਸਰਵਣ ਕੀਤੀ, ਗੁਰੂ ਸਾਹਿਬ ਗੁਰੂ ਰਾਮਦਾਸ ਜੀ ਦੇ ਉਪਦੇਸ਼ ਸਰਵਣ ਕੀਤੇ, ਹਿੰਮਤ ਨਹੀਂ ਪਈ ਵੀ ਲੋਕੀ ਹੱਸਣਗੇ, ਲੋਕੀ ਹੱਸਣਗੇ। ਜਦੋਂ ਘਰ ਪਹੁੰਚੇ ਤੇ ਫਿਰ ਉਹਨਾਂ ਨੇ ਆਖਿਆ, ਘਰਵਾਲੀ ਕਹਿੰਦੀ ਤੁਸੀਂ ਖੜੇ ਨਹੀਂ ਹੋਏ। ਕਹਿਣ ਲੱਗਾ ਮੈਨੂੰ ਤਾਂ ਸੰਗ ਲੱਗਦੀ, ਮੈਨੂੰ ਤਾਂ ਸ਼ਰਮ ਆਉਂਦੀ ਆ। ਉਹ ਕਹਿਣ ਲੱਗੇ ਮੈਂ ਖੜੀ ਹੋ ਜਾਂਦੀ ਕੱਲ। ਫਿਰ ਤੇ ਹੁਣ ਦੂਸਰੇ ਦਿਨ ਹੋਇਆ, ਫਿਰ ਦੂਸਰੇ ਦਿਨ ਫਿਰ ਨਹੀਂ ਖੜੇ, ਤੀਸਰੇ ਦਿਨ ਗੁਰੂ ਸਾਹਿਬ ਨੇ ਦੋਨਾਂ ਨੂੰ ਖੜੇ ਕਰ ਲਿਆ, ਕਿਉਂਕਿ ਗੁਰੂ ਸਾਹਿਬ ਤਾਂ ਜਾਣ ਹੀ ਜਾਣ। ਕਹਿਣ ਲੱਗੇ ਭਾਈ ਆਦਮ ਕੁਝ ਮੰਗਣਾ ਚਾਹੁੰਦਾ, ਤੇਰੀ ਘਰਵਾਲੀ ਕਿੱਥੇ ਆ? ਉਹ ਵੀ ਖੜੀ ਹੋ ਗਈ। ਕਹਿਣ ਲੱਗੇ ਸਤਿਗੁਰੂ ਜੀ ਆਪ ਜੀ ਜਾਣ ਹੀ ਜਾਣ। ਕਹਿੰਦੇ ਜੋ ਤੁਹਾਨੂੰ ਚਾਹੀਦਾ ਮਿਲੇਗਾ, ਸਤਿਗੁਰੂ ਪਰਮੇਸ਼ਰ ਕਿਰਪਾ ਕਰੇਗਾ। ਦੋਨੇ ਬੈਠ ਗਏ, ਪਰ ਥੋੜੀ ਦੇਰ ਬਾਅਦ ਘਰਵਾਲੀ ਖੜੀ ਹੋ ਗਈ। ਹੁਣ ਹਿੰਮਤ ਹੋ ਗਈ ਵੀ ਗੁਰੂ ਸਾਹਿਬ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ। ਤੇ ਗੁਰੂ ਮਹਾਰਾਜ, ਹੁਣ ਕਈ ਲੋਕੀ ਸੋਚਦੇ ਆ, ਹਰੇਕ ਤਰੀਕੇ ਦੇ ਲੋਕ ਹੁੰਦੇ ਆ, ਵੀ ਸ਼ਾਇਦ ਸੋਚ ਰਹੀ ਹੈ ਵੀ ਗੁਰੂ ਸਾਹਿਬ ਮਹਾਰਾਜ ਹੁਣ ਕਿਰਪਾ ਕਰਨ ਲੱਗੇ ਹੋ ਤੇ ਦੋ ਦੇ ਦਿਓ। ਤੇ ਗੁਰੂ ਸਾਹਿਬ ਮਹਾਰਾਜ ਉਹਨੇ ਜੋ ਮੰਗਿਆ ਨਾ, ਉਹ ਆਪਾਂ ਬਹੁਤ ਘੱਟ ਲੋਕ ਮੰਗਦੇ ਆ। ਉਹਨਾਂ ਨੇ ਆਖਿਆ ਕਿ ਸਤਿਗੁਰੂ ਮਹਾਰਾਜ ਤੁਸੀਂ ਬਚਨ ਕਰ ਦਿੱਤਾ, ਹੁਣ ਘਰ ਦੇ ਵਿੱਚ ਪੁੱਤਰ ਜ਼ਰੂਰ ਹੋਏਗਾ, ਪਰ ਇਹ ਆ ਕਿ ਗੁਰੂ ਮਹਾਰਾਜ ਤੁਹਾਡੇ ਚਰਨਾਂ 'ਚ ਅਰਦਾਸ ਬੇਨਤੀ ਇਹ ਆ ਕਿ ਪੁੱਤਰ ਤਾਂ ਹੋਵੇ, ਪਰ ਤੁਹਾਡਾ ਭਗਤ ਹੋਣਾ ਚਾਹੀਦਾ। ਗੁਰੂ ਸਾਹਿਬ ਕਹਿੰਦੇ ਇਹ ਵੀ ਕਿਰਪਾ ਤੁਹਾਡੇ ਤੇ ਬਣੇਗੀ। ਭਾਈ ਭਗਤੂ ਜੀ ਹੋਏ, ਉਹਨਾਂ ਦੇ ਪੁੱਤਰ ਦਾ ਨਾਮ ਸੀ, ਗੁਰੂ ਸਾਹਿਬ ਨੇ ਰੱਖਿਆ। ਕਹਿਣ ਲੱਗੇ ਭਾਈ ਜਿੱਦਣ ਇਹ ਭਾਵਨਾ ਹੋਏਗੀ ਨਾ, ਸਤਿਗੁਰੂ ਮਹਾਰਾਜ ਦਿੰਦਾ, ਸਾਰਿਆਂ ਨੂੰ ਦਿੰਦਾ ਹੈ, ਹਰੇਕ ਦੇ ਉੱਪਰ ਕਿਰਪਾ ਕਰਦਾ। ਪਰ ਜਦੋਂ ਨਾਲ ਇਹ ਅਰਦਾਸ ਕਰਦੇ ਆ ਕਿ ਸਤਿਗੁਰੂ ਮਹਾਰਾਜ, ਸਾਡੀ ਸੋਚ ਹੁੰਦੀ ਆ ਵੀ ਸਾਡਾ ਬਿਜ਼ਨਸ ਕੌਣ ਸੰਭਾਲੇਗਾ, ਸਾਡੀ ਸੋਚ ਹੋਰ ਪਾਸੇ ਹੁੰਦੀ। ਪਰ ਜਦੋਂ ਨਾਲ ਇਹ ਵੀ ਭਾਗਾਂ ਵਾਲੇ ਲੋਕ ਆ ਜਿਹੜੇ ਅਰਦਾਸਾਂ ਕਰਦੇ ਆ ਕਿ ਸਤਿਗੁਰੂ ਮਹਾਰਾਜ ਜੰਮਿਆ ਪੂਤ ਭਗਤ ਗੋਬਿੰਦ ਕਾ, ਇਹ ਗੁਰੂ ਮਹਾਰਾਜ ਕਿਰਪਾ ਤੇਰੀ ਹੋਣੀ ਆ, ਬਖਸ਼ਿਸ਼ ਹੋਣੀ ਆ, ਪਰ ਗੁਰਸਿੱਖ ਹੋ ਗਏ। ਪਰ ਉਹੀ ਮਾਂ ਬਾਪ ਜਿਹੜੇ ਆ ਬਾਅਦ ਵਿੱਚ ਤਰਸਦੇ ਆ, ਰੋਂਦੇ ਆ ਕਿ ਬੱਚੇ ਕਹਿਣੇ ਵਿੱਚ ਨਹੀਂ ਆ। ਤੇ ਗੁਰੂ ਮਹਾਰਾਜ ਕਹਿੰਦੇ ਭਾਈ ਤੁਸੀਂ ਕਹਿਣੇ ਵਿੱਚ ਆ ਜਾਓ ਸਤਿਗੁਰੂ ਦੇ, ਤੇ ਦੇਖੋ ਫਿਰ ਦੁਨੀਆ ਸਾਰੀ ਕਹਿਣੇ ਵਿੱਚ ਆ ਜਾਏਗੀ। ਜੋ ਉਹਦੀ ਮੰਨਾਂਗੇ ਤੇ ਸਾਡੀ ਵੀ ਕੋਈ ਮੰਨ ਲਏਗਾ। ਸਤਿਗੁਰੂ ਕਹਿੰਦੇ ਜਪ ਤਪ ਸੰਜਮ ਭਾਣਾ, ਸਤਿਗੁਰੂ ਕਾ ਕਰਮੀ ਪੱਲੇ ਪਾਏ, ਨਾਨਕ ਸੇਵਾ ਸੁਰਤ ਕਮਾਵਨੀ, ਜੋ ਹਰ ਭਾਵੇ ਸੋ ਥਾਂ ਪਾਏ। ਗੁਰੂ ਸਾਹਿਬ ਕਿਰਪਾ ਕਰ ਰਹੇ ਆ, ਕਹਿੰਦੇ ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਦਾਲਤ ਦੁੱਖ ਭੁੱਖ ਸਭ ਲਹਿ ਜਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਮੁਖ ਗੁਰਮੁਖ ਪ੍ਰੀਤ ਲਗਾਤੀ। ਜਦੋਂ ਮੇਰਾ ਮਨ ਪਰਮੇਸ਼ਰ ਦਾ ਨਾਮ ਜਪੇਗਾ, ਹਰ ਹਰ ਨਾਮ ਜਪੋ ਮਨ ਮੇਰੇ, ਕਿਉਂਕਿ ਮਨ ਨੇ ਜਪਣਾ ਹੈ। ਮੁਖ ਗੁਰਮੁਖ ਪ੍ਰੀਤ ਲਗਾਤੀ, ਫਿਰ ਮੁਖੋਂ ਵੀ ਪੜ੍ਹਿਆ ਜਾਏਗਾ। ਜਦੋਂ ਅੰਦਰ ਪਿਆਰ ਬਣ ਗਿਆ ਨਾ, ਮੁਖ ਗੁਰਮੁਖ ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਫਿਰ ਪ੍ਰੀਤ ਬਣ ਜਾਏਗੀ। ਤੇ ਸਤਿਗੁਰ ਕਹਿੰਦੇ ਜਿਤ ਮੁਖ ਭਾਗ ਲਿਖਿਆ ਧੁਰ ਸਾਚੇ, ਜਿਨ੍ਹਾਂ ਦੇ ਧੁਰ ਭਾਗ ਵੱਡੇ ਆ, ਜਿਨ੍ਹਾਂ ਦੇ ਗੁਰੂ ਮਹਾਰਾਜ ਨੇ ਕਿਸਮਤ ਲਿਖੀ ਆ, ਜਿਤ ਮੁਖ ਭਾਗ ਲਿਖਿਆ ਧੁਰ ਸਾਚੇ, ਹਰ ਤਿਤ ਮੁਖ ਨਾਮ ਜਪਾਤੀ। ਤੇ ਨਾਮ ਵੀ ਉਹੀ ਜਪ ਸਕਦੇ ਆ ਜਿਨ੍ਹਾਂ ਦੇ ਉਹ ਪਰਮੇਸ਼ਰ ਕਿਰਪਾ ਕਰਦਾ। ਗੁਰੂ ਸਾਹਿਬ ਕਹਿੰਦੇ ਤੁਹਾਡਾ ਜੀਵਨ ਲੇਖੇ ਲੱਗ ਜਾਏਗਾ। ਜੇ ਪਹਿਲੀ ਪੰਕਤੀ ਹੈ, ਇਹ ਆਖਰੀ ਪੰਕਤੀ ਪੜ੍ਹ ਲਓ, ਕਿਉਂਕਿ ਪੌੜੀ ਦੇ ਨਾਲ ਜਿਹੜੇ ਸ਼ਲੋਕ ਦਰਜ ਕੀਤੇ ਆ ਉਹਨਾਂ ਦਾ ਪ੍ਰਮਾਣ ਹੈ। ਹੁਣ ਆਖਰੀ ਪੰਕਤੀ ਪੜ੍ਹਦੇ ਆ, ਜਿਤ ਮੁਖ ਭਾਗ ਲਿਖਿਆ ਧੁਰ ਸਾਚੇ, ਹਰ ਤਿਤ ਮੁਖ ਨਾਮ ਜਪਾਤੀ। ਕਹਿੰਦੇ ਉਹਨਾਂ ਦੇ ਵੱਡੇ ਭਾਗ ਹੈ, ਉਹਨਾਂ ਦਾ ਜੀਵਨ ਸਫਲ ਹੈ ਕਿ ਇਹਨਾਂ ਦਾ ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੈ ਲਾਏ। ਉਹਨਾਂ ਦਾ ਜੀਵਨ ਹੀ ਲੇਖੇ ਵਿੱਚ ਲੱਗ ਜਾਂਦਾ, ਭਾਵ ਸਫਲ ਹੋ ਜਾਂਦਾ ਹੈ। ਪਰ ਨਾਲ ਇਹ ਵੀ ਕਿਹਾ ਵਿੱਚੋਂ ਆਪ ਗਵਾਏ ਕੇ ਰਹਿਣ ਸੱਚ ਲਿਵ ਲਾਏ। ਗੁਰੂ ਮਹਾਰਾਜ ਕਿਰਪਾ ਕਰਨ। ਗੁਰੂ ਸੰਗਤ ਜੀ ਇੰਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ।
ਹੋਈਆਂ ਭੁੱਲਾਂ ਨੂੰ ਬਖਸ਼ਦਿਆਂ ਬੁਲਾਓ ਫਤਿਹ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।